इस एनजीओ ਦੇ ਵਿੱਚ ਇਹ ਭਾਰਤ ਵਿਕਾਸ परिषद ਦਾ ਇਹ ਟਰਸਟ ਜਿਹੜਾ ਹੈ ਇਹ 1996 ਤੋਂ ਸ਼ੁਰੂ ਹੋਇਆ, परंतु ਜਿਹੜਾ ਅਸੀਂ ਇਹ ਕੰਮ ਕਰ ਰਹੇ ਹਾਂ ਇਹ ਲਗਭਗ 1992 ਤੋਂ ਕਰ ਰਹੇ ਹਾਂ। ਜਿਨ੍ਹਾਂ ਦੀ ਲੱਤਾਂ ਬਾਹਾਂ ਕਿਸੇ ਕਾਰਨ ਕੋਈ ਐਕਸੀਡੈਂਟ ਦੇ ਕਾਰਨ ਜਾਂ ਕੋਈ ਡਾਇਬਟਿਕ ਪੇਸ਼ੈਂਟ ਹੈ ਉਹਨਾਂ ਦੀ ਐਂਪੂਟੇਸ਼ਨ ਹੋ ਗਈ ਜਾਂ ਫਿਰ ਕਿਸੇ ਕਿਸਾਨ ਦਾ ਟੋਕੇ 'ਚ ਹੱਥ ਆ ਗਿਆ ਤਾਂ ਉਹਨਾਂ ਨੂੰ ਅਸੀਂ ਨਕਲੀ ਲੱਤਾਂ ਬਾਹਾਂ ਬਿਨਾਂ ਕਿਸੇ ਪੈਸੇ ਲਿੱਤੇ ਉਹਨਾਂ ਨੂੰ ਲਗਾ ਕੇ ਦਿੰਦੇ ਹਾਂ। ਜਿਨ੍ਹਾਂ ਨੂੰ ਲੱਤਾਂ ਬਾਹਾਂ ਲਗਾਉਣੀਆਂ ਉਹਨਾਂ ਨੂੰ ਨਾ ਕੇਵਲ ਲੱਤ ਬਾਂਹ ਲਗਾ ਕੇ ਦੇਣੀ, ਪਰ ਕੋਸ਼ਿਸ਼ ਇਹ ਵੀ ਨਾਲ ਚੱਲਦੀ ਹੈ ਕਿ ਜਿਨ੍ਹਾਂ ਦੇ ਪਾਸ ਰੋਜ਼ੀ ਰੋਟੀ ਨਹੀਂ ਹੈ ਔਰ ਉਹ ਕੰਮ ਸਿੱਖਣਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਜਲਦ ਸਾਜ਼ੀ ਕਰਨਾ, ਕੁਰਸੀਆਂ ਬਣਾਉਣਾ, ਥੈਲੇ ਬਣਾਉਣਾ, ਇਹ ਸਾਰਾ ਕੰਮ ਅਸੀਂ ਇੱਥੇ ਸਿਖਾਉਂਦੇ ਵੀ ਹਾਂ। ਕਹਿੰਦੇ ਨੇ ਜਿਸ ਤਨ ਲਾਗੇ ਉਸ ਤਨ ਜਾਣੇ ਕਿ ਬਈ ਲੱਤ ਨਾ ਹੋਣ ਕਾਰਨ ਜਾਂ ਬਾਜੂ ਨਾ ਹੋਣ ਕਾਰਨ ਕਿੰਨੀ ਜੀਵਨ 'ਚ ਤਕਲੀਫ ਆਉਂਦੀ ਹੈ। ਤੋ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ। 2013 ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਆਇਆ ਸੀ, ਇੱਕ ਉਹਦੇ ਉੱਤੇ ਦੀਵਾਰ ਗਿਰ ਗਈ ਜਿਹਦੇ ਕਾਰਨ ਉਹਦੀਆਂ ਦੋਨੋਂ ਲੱਤਾਂ ਕੱਟਣੀਆਂ ਪਈਆਂ, ਔਰ ਜਦ ਉਹ ਦੋਨੋਂ ਲੱਤਾਂ ਲਗਾ ਕੇ ਉਹ ਜਦੋਂ ਚੱਲਿਆ ਔਰ ਉਹਦੇ ਮਾਂ ਦੀ ਅੱਖਾਂ ਦੇ ਵਿੱਚ ਜਿਹੜੀ ਖੁਸ਼ੀ ਦੇ ਆਂਸੂ ਸੀ ਉਹ ਅੱਜ ਵੀ ਯਾਦ ਆਉਂਦੇ ਹੈ। ਲੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਹਰਸ਼ ਕੌਰ। ਅਕਸਰ ਹੀ ਆਪਾਂ ਅਗਰ ਜਾ ਵੀ ਰਹੇ ਹੁੰਦੇ ਗਲੀ ਦੇ ਵਿੱਚ, ਬਹੁਤ ਲੋਕ ਅਜਿਹੇ ਵੀ ਹੁੰਦੇ ਜੋ ਅਪਾਹਿਜ ਹੁੰਦੇ ਆ, ਜੋ ਚੱਲ ਵੀ ਨਹੀਂ ਸਕਦੇ, ਪੈਰ ਨਹੀਂ ਹੁੰਦੇ, ਕੁਝ ਹਾਦਸਾ ਵਾਪਰ ਜਾਂਦਾ ਹੈ ਜਾਂ ਬਾਈ ਬਰਥ ਹੁੰਦਾ ਹੈ। ਉੱਥੇ ਹੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਇੱਕ NGO ਆ ਜਿਨ੍ਹਾਂ ਵੱਲੋਂ ਆਰਟੀਫਿਸ਼ੀਅਲ ਲਿੰਬਸ ਲਗਵਾਈ ਜਾਂਦੀ ਹੈ। ਜੋ ਵੀ ਲੋਕ ਆਉਂਦੇ ਮੁਫਤ ਦੇ ਵਿੱਚ ਲਗਾਈ ਜਾਂਦੀ ਹੈ ਤਾਂ ਇੰਨੀ ਵੱਡੀ ਜਿਹੜੀ ਸੇਵਾ ਇਹਨਾਂ ਵੱਲੋਂ ਨਿਭਾਈ ਜਾਂਦੀ ਹੈ। ਇਸ ਦੇ ਬਾਰੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ NGO ਸ਼ੁਰੂਆਤ ਹੋਈ, NGO ਦਾ ਨਾਮ ਕੀ ਆ ਤੇ ਕਿਸ ਤਰ੍ਹਾਂ ਇਹ ਸੇਵਾ ਨਿਭਾਈ ਜਾਂਦੀ ਹੈ। ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਬਹੁਤ ਵਧੀਆ ਸੇਵਾ ਨਿਭਾਈ ਜਾਂਦੀ ਹੈ। ਇੱਕ ਵਾਰ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ NGO ਦਾ ਨਾਮ ਕੀ ਹੈ ਤੇ ਹੋਰ ਕੀ ਸੇਵਾ ਹੁੰਦੀ ਹੈ। ਆਪਾਂ ਜਿਸ ਜਗ੍ਹਾ ਤੇ ਖੜੇ ਹਾਂ ਇਹ ਹੈ ਭਾਰਤ ਵਿਕਾਸ परिषद ਚੈਰੀਟੇਬਲ ਟਰਸਟ ਪੰਜਾਬ ਔਰ ਮੇਰਾ ਨਾਮ ਪੰਕਜ ਜਿੰਦਲ ਹੈ। ਪੇਸ਼ੇ ਤੋਂ ਤਾਂ ਮੈਂ ਚਾਰਟਰਡ ਅਕਾਊਂਟੈਂਟ ਹਾਂ, ਪਰੰਤੂ ਸੇਵਾ ਦੇ ਨਾਤੇ ਮੈਨੂੰ ਇਸ NGO ਦੀ, ਇਸ ਟਰਸਟ ਦੀ ਜ਼ਿੰਮੇਵਾਰੀ ਅਧਿਕਸ਼ ਦੇ ਤੌਰ ਤੇ ਮਿਲੀ ਹੋਈ ਹੈ। ਔਰ ਅਸੀਂ ਇਸ NGO ਦੇ ਵਿੱਚ ਇਹ ਭਾਰਤ ਵਿਕਾਸ परिषद ਦਾ ਇਹ ਟਰਸਟ ਜਿਹੜਾ ਹੈ ਇਹ 1996 ਤੋਂ ਸ਼ੁਰੂ ਹੋਇਆ, परंतु ਜਿਹੜਾ ਅਸੀਂ ਇਹ ਕੰਮ ਕਰ ਰਹੇ ਹਾਂ ਇਹ ਲਗਭਗ 1992 ਤੋਂ ਕਰ ਰਹੇ ਹਾਂ। ਉਸ ਵੇਲੇ ਸਾਡੇ ਕੋਲ ਪਾਸ ਆਪਣੀ ਕੋਈ ਜਗ੍ਹਾ ਨਹੀਂ ਸੀ। ਸਾਡੇ ਕੰਮ ਨੂੰ ਦੇਖਦੇ ਹੋਏ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਔਰ ਜੋ ਉਸ ਵੇਲੇ ਦੇ ਚੀਫ ਮਿਨਿਸਟਰ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਸਾਡੇ ਕੰਮ ਤੋਂ ਖੁਸ਼ ਹੋ ਕੇ ਇਹ ਜਗ੍ਹਾ ਸਾਨੂੰ ਬੜੀ ਥੋੜ੍ਹੀ ਕੀਮਤ ਦੇ ਵਿੱਚ ਦਿੱਤੀ ਸੀ, ਜਿੱਥੋਂ ਕਿ ਲੈ ਕੇ ਹੁਣ ਤੱਕ ਅਸੀਂ ਜਿਨ੍ਹਾਂ ਦੀ ਲੱਤਾਂ ਬਾਹਾਂ ਕਿਸੇ ਕਾਰਨ ਕੋਈ ਐਕਸੀਡੈਂਟ ਦੇ ਕਾਰਨ ਜਾਂ ਕੋਈ ਡਾਇਬਟਿਕ ਪੇਸ਼ੈਂਟ ਹੈ ਉਹਨਾਂ ਦੀ ਐਂਪੂਟੇਸ਼ਨ ਹੋ ਗਈ ਜਾਂ ਫਿਰ ਕਿਸੇ ਕਿਸਾਨ ਦਾ ਟੋਕੇ 'ਚ ਹੱਥ ਆ ਗਿਆ ਤਾਂ ਉਹਨਾਂ ਨੂੰ ਅਸੀਂ ਨਕਲੀ ਲੱਤਾਂ ਬਾਹਾਂ ਬਿਨਾਂ ਕਿਸੇ ਪੈਸੇ ਲਿੱਤੇ ਉਹਨਾਂ ਨੂੰ ਲਗਾ ਕੇ ਦਿੰਦੇ ਹਾਂ। ਤੇ ਸਰ ਵੈਸੇ ਸ਼ੁਰੂਆਤ ਕਿਸ ਤਰ੍ਹਾਂ NGO ਦੀ ਹੋਈ ਕਿ ਤੁਸੀਂ ਇਹੀ ਕੰਮ ਕਰਨਾ, ਉਸ ਤਰ੍ਹਾਂ ਕਿਵੇਂ ਦਿਮਾਗ ਦੇ ਵਿੱਚ ਆਇਆ ਤੁਹਾਡੇ? ਐਸਾ ਜੀ, ਭਾਰਤ ਵਿਕਾਸ परिषद ਵੈਸੇ ਤਾਂ ਇੱਕ ਪੂਰੇ ਦੇਸ਼ ਦੇ ਵਿੱਚ ਫੈਲੀ ਹੋਈ ਆਰਗੇਨਾਈਜੇਸ਼ਨ ਹੈ ਔਰ ਸਾਡੇ ਇੱਕ ਅਖਿਲ ਭਾਰਤੀ ਅਧਿਕਾਰੀ ਹੁੰਦੇ ਸੀ ਕਮਲ ਜੋਤੀ ਜੀ। ਇਹ ਵਿਕਲਾਂਗ ਬੰਧੂਆਂ ਨੂੰ ਕੰਮ ਮਿਲੇ, ਉਹਨਾਂ ਦੀ ਲੱਤਾਂ ਬਾਹਾਂ ਅਸੀਂ ਲਗਾਉਣ ਜੋਗੇ ਹੋਈਏ, ਇਹ ਕਮਲ ਜੋਤੀ ਜੀ ਦੇ ਮਨ 'ਚ ਆਇਆ ਸੀ। ਉਹਨਾਂ ਨੇ ਹੀ ਪੂਰੇ ਦੇਸ਼ ਦੇ ਅੰਦਰ ਇਸ ਦੀ ਸ਼ੁਰੂਆਤ ਕਰਨ ਦੀ ਸੋਚੀ ਔਰ ਲੁਧਿਆਣਾ ਦੇ ਅੰਦਰ ਇਹ ਟਰਸਟ ਇਸ ਕੰਮ ਨੂੰ ਅੱਗੇ ਰੱਖ ਕੇ ਬਣਾਇਆ ਗਿਆ ਕਿ ਇਸ ਕੰਮ ਨੂੰ ਅਸੀਂ ਕਰਨਾ ਹੈ। ਤੇ ਇਹ ਵੀ ਪਤਾ ਲੱਗਿਆ ਜਿਨ੍ਹਾਂ ਦੇ ਕੋਲ ਜਿਵੇਂ ਅਪਾਹਿਜ ਹੁੰਦੇ ਆ ਜੋ ਤੁਹਾਡੇ ਕੋਲ ਆ ਕੇ ਲਗਵਾਉਂਦੇ ਆ ਆਰਟੀਫਿਸ਼ੀਅਲ ਲਿੰਬਸ, ਤੇ ਉਹਨਾਂ ਨੂੰ ਤੁਸੀਂ ਅੱਗੇ ਕੰਮ ਲਈ ਵੀ ਸਿਖਾਉਂਦੇ ਹੋ, ਉਹਦੇ ਬਾਰੇ ਵੀ ਜ਼ਰੂਰ ਦੱਸ ਦਿਓ। ਹਾਂ, ਐਸਾ ਹੈ ਜੀ, ਜਿਹੜੇ ਦਿਵਿਆਂਗ ਬੰਧੂ ਜਿਨ੍ਹਾਂ ਨੂੰ ਲੱਤਾਂ ਬਾਹਾਂ ਲਗਾਉਣੀਆਂ ਉਹਨਾਂ ਨੂੰ ਨਾ ਕੇਵਲ ਲੱਤ ਬਾਂਹ ਲਗਾ ਕੇ ਦੇਣੀ, ਪਰ ਕੋਸ਼ਿਸ਼ ਇਹ ਵੀ ਨਾਲ ਚੱਲਦੀ ਹੈ ਕਿ ਜਿਨ੍ਹਾਂ ਦੇ ਪਾਸ ਰੋਜ਼ੀ ਰੋਟੀ ਨਹੀਂ ਹੈ ਔਰ ਉਹ ਕੰਮ ਸਿੱਖਣਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਜਲਦ ਸਾਜ਼ੀ ਕਰਨਾ, ਕੁਰਸੀਆਂ ਬਣਾਉਣਾ, ਥੈਲੇ ਬਣਾਉਣਾ, ਇਹ ਸਾਰਾ ਕੰਮ ਅਸੀਂ ਇੱਥੇ ਸਿਖਾਉਂਦੇ ਵੀ ਹਾਂ। ਔਰ ਸਾਡੇ ਦਿਵਿਆਂਗ ਬੰਧੂ ਜਿਹੜੇ ਇਸ ਕੰਮ ਨੂੰ, ਜੋ ਸਾਡੀ ਵਰਕਸ਼ਾਪ ਦੇ ਵਿੱਚ ਇਸ ਨਕਲੀ ਲੱਤਾਂ ਬਾਹਾਂ ਦੇ ਵਿੱਚ ਕੁਝ ਸਮਾਨ ਲੱਗਦਾ ਹੈ, ਉਹ ਖੁਦ ਇੱਥੇ ਬਣਾਉਂਦੇ ਹੈ ਜੀ। ਤੇ ਜਿਵੇਂ ਇਹ ਵੀ ਕੰਮ ਕਰਦੇ ਆ ਤੁਹਾਡੇ ਨਾਲ, ਇਹਨਾਂ ਪੈਰ ਜਿਵੇਂ ਸਹੀ ਤਰ੍ਹਾਂ ਨਹੀਂ ਚੱਲ ਰਹੇ, ਇਹ ਵੀ ਕੰਮ ਕਰਦੇ ਆ ਤੁਹਾਡੇ ਨਾਲ ਇੱਥੇ? ਹਾਂ, ਇੱਥੇ ਜਿਸ ਤਰ੍ਹਾਂ ਇਹ ਨਹੀਂ ਚੱਲ ਪਾ ਰਹੇ ਪ੍ਰੋਪਰ, ਇਹ ਵੀ ਕੰਮ ਕਰਦੇ ਹੈ।
ਉਹ ਸਾਡੇ ਇੱਥੇ ਟੈਕਨੀਸ਼ੀਅਨ ਹੈ ਅਰਵਿੰਦ ਜੀ ਜਰਾ ਆਓਗੇ। तो अरविंद जी ਇਹਨਾਂ ਦੀ ਇੱਕ ਲੱਤ ਨਹੀਂ ਹੈ ਤੇ ਪਿਛਲੇ ਲਗਭਗ 20 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਹੈ ਔਰ ਇਹ ਨਕਲੀ ਲੱਤ ਬਾਂਹ ਬਣਾਉਂਦੇ ਹੈ। ਤਾਂ ਮੈਨੂੰ ਐਸਾ ਲੱਗਦਾ ਹੈ ਕਿ ਜਿਸ ਭਾਵ ਨਾਲ ਇਹ ਬਣਾ ਸਕਦੇ ਹੈ ਕਿਉਂਕਿ ਇਹਨਾਂ ਨੂੰ ਉਸ ਦਾ ਦਰਦ ਪਤਾ ਹੈ ਜੀ, तो ਇਹ ਸਾਡਾ ਇਹ ਕੰਮ ਅਰਵਿੰਦ ਜੀ ਵੀ ਦੇਖਦੇ ਹੈ ਜੀ। ਤਾਂ ਤੁਸੀਂ ਕੀ ਕਹੋਗੇ, ਮਤਲਬ ਤੁਸੀਂ ਵੀ ਖੁਦ ਲਗਾਈ ਹੋਈ ਆਰਟੀਫੀਸ਼ੀਅਲ ਲਿੰਬਸ ਤੁਸੀਂ ਬਣਾ ਕੇ ਵੀ ਦਿੰਦੇ ਤਾਂ ਕਿ ਬਾਕੀ ਲੋਕ ਵੀ ਚੱਲ ਸਕਣ, ਕੀ ਕਹਿੰਦੇ ਹੋ ਇਹਦੇ ਬਾਰੇ ਤੁਸੀਂ? ਚੱਲ ਸਕਣ ਵਧੀਆ, ਆਪਣੇ ਪਰਿਵਾਰ ਨੂੰ ਪਾਲ ਸਕਣ, ਠੀਕ ਹੈ, ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਣ। ਉਸ ਤਰ੍ਹਾਂ ਬਗੈਰ ਲੱਤ ਕੇ ਤਾਂ ਬੰਦਾ ਬੜਾ ਔਖਾ ਹੋ ਜਾਂਦਾ, ਰੋਜੀ ਰੋਟੀ ਕਮਾਣਾ ਔਖਾ ਹੋ ਜਾਂਦਾ ਜੀ। तो यहाँ पर काम कर अच्छा लगता है? हाँ, काम करके 2022 से मैं यहाँ पे जुड़ा हूँ। अच्छा अच्छा, ठीक है। ਤਾਂ ਜਿਸ ਤਰ੍ਹਾਂ ਵੈਸੇ ਆਪਾਂ ਕਹਿ ਸਕਦੇ ਹਾਂ ਸਿਰਫ ਬੋਲਣਾ ਸੌਖਾ ਹੈ ਕਿ ਕਿੰਨੀ ਮਿਹਨਤ ਨਾਲ ਕਰ ਰਿਹਾ, ਪਰ ਉਹਨਾਂ ਨੂੰ ਆਪ ਨੂੰ ਹੀ ਪਤਾ ਹੈ ਕਿ ਕਿੰਨਾ ਔਖਾ ਹੁੰਦਾ ਇਸ ਚੀਜ਼ ਕਰਕੇ। ਹਾਂ ਬਿਲਕੁਲ ਜੀ, ਮੈਨੂੰ ਐਸਾ ਲੱਗਦਾ ਹੈ ਕਿ ਜਿਸ ਦੇ ਲੱਤ ਬਾਂਹ ਨਹੀਂ ਰਹਿੰਦੀ ਕਿਸੇ ਕਾਰਨਵਸ਼, ਉਹੀ ਜਾਣਦਾ ਹੈ ਉਸ ਦਰਦ ਨੂੰ। ਜੀ ਕਹਿੰਦੇ ਨੇ ਜਿਸ ਤਨ ਲਾਗੇ ਉਸ ਤਨ ਜਾਣੇ, ਕਿ ਬਈ ਲੱਤ ਨਾ ਹੋਣ ਕਾਰਨ ਜਾਂ ਬਾਜੂ ਨਾ ਹੋਣ ਕਾਰਨ ਕਿੰਨੀ ਜੀਵਨ 'ਚ ਤਕਲੀਫ ਆਉਂਦੀ ਹੈ। ਤੋ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ। ਉਸ ਪ੍ਰਭੂ ਨੇ ਸਾਨੂੰ, ਉਸ ਵਾਹਿਗੁਰੂ ਨੇ ਸਾਨੂੰ ਹਿੰਮਤ ਦਿੱਤੀ ਕਿ ਵੀ ਤੁਸੀਂ ਇਹਨਾਂ ਦਾ ਕੁਝ ਮਦਦ ਕਰਕੇ ਪੁੰਨ ਖੱਟੋ। ਤੇ ਅਸੀਂ ਤਾਂ ਇਸ ਤਰ੍ਹਾਂ ਸੋਚਦੇ ਹਾਂ, ਅਸੀਂ ਇਹਨਾਂ ਦਾ ਕੁਝ ਨਹੀਂ ਕਰ ਰਹੇ, ਅਸੀਂ ਇਹਨਾਂ ਦਾ ਕੋਈ ਮਦਦ ਨਹੀਂ ਕਰ ਰਹੇ, ਅਸੀਂ ਤਾਂ ਉਲਟਾ ਪੁੰਨ ਖੱਟ ਰਹੇ ਹਾਂ ਇਹਨਾਂ ਦੀ ਮਦਦ ਕਰਕੇ। ਤੇ ਸਰ ਤੁਸੀਂ ਇੱਕ ਵਾਰ ਦਰਸ਼ਕਾਂ ਨੂੰ ਦੱਸ ਦਿਓ ਐਡਰੈਸ ਕੀ ਹੈ ਇੱਥੋਂ ਦਾ ਤੇ ਲੋਕੀ ਕਿਸ ਤਰ੍ਹਾਂ ਹੈਲਪ ਕਰ ਸਕਦੇ ਨੇ ਤੁਹਾਡੀ? ਇਹ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰਸਟ ਪੰਜਾਬ ਰਿਸ਼ੀ ਨਗਰ ਦੇ ਸੀ ਬਲਾਕ ਦੇ ਵਿੱਚ ਹੈ। ਔਰ ਇੱਥੇ ਕੋਈ ਵੀ ਜਿਸ ਨੂੰ ਲੱਤ ਬਾਂਹ ਦੀ ਜ਼ਰੂਰਤ ਹੈ ਨਕਲੀ, ਉਹ ਆ ਸਕਦਾ ਹੈ। ਮੰਗਲਵਾਰ ਛੁੱਟੀ ਹੁੰਦੀ ਹੈ ਔਰ ਮੰਗਲਵਾਰ ਨੂੰ ਛੱਡ ਕੇ ਸਵੇਰੇ 9 ਤੋਂ 5:30 ਵਜੇ ਤੱਕ ਕਿਸੇ ਵੀ ਸਮੇਂ ਆ ਸਕਦਾ ਹੈ। ਆਪਣੇ ਨਾਲ ਹੈਂਡੀਕੈਪਡ ਸਰਟੀਫਿਕੇਟ, ਆਧਾਰ ਦਾ ਆਪਣਾ ਕਾਪੀ ਉਹ ਲੈ ਕੇ ਉਰੇ ਆਏ, ਅਸੀਂ ਉਸ ਨੂੰ ਨਕਲੀ ਲੱਤ ਬਾਂਹ ਜੋ ਜ਼ਰੂਰਤ ਹੈ ਲਗਾਵਾਂਗੇ। ਸਰ ਤੁਸੀਂ ਇਹ ਦੱਸ ਦਿਓ ਕਿ ਕਿਸ ਤਰ੍ਹਾਂ, ਥੋੜਾ ਜਿਹਾ ਪ੍ਰੋਸੀਜਰ ਦੱਸ ਦਿਓ ਕਿਸ ਤਰ੍ਹਾਂ ਮਿਹਨਤ ਲੱਗਦੀ ਹੈ ਇਸ ਚੀਜ਼ ਤੇ। सत श्रीकाल, हमारा नाम प्रिय रंजन है। मैं यहाँ पे प्रोस्थेटिक ऑर्थोटिस्ट हूँ। यहाँ पे जब हमारे पास पेशेंट आते हैं तो पेशेंट का हम लोग पहले देखते हैं कि पेशेंट किस तरह के पेशेंट है। जैसे एम्पुटेशन के पेशेंट आते हैं तो हम लोग पेशेंट का असेसमेंट करते हैं। पेशेंट असेसमेंट करके सारा उनका प्रोसेस होता है। देर आफ्टर हम लोग करते हैं पेशेंट का असेसमेंट के बाद उनका माप लेते हैं। जैसे मैं बताता हूँ, ये हमारे बिलोनी एम्पुटेशन के पेशेंट हैं, इनका हम लोगों ने निगेटिव कास्ट लिया है। जब पेशेंट आते हैं तो उनका हम लोग निगेटिव कास्ट लेते हैं। उसके बाद पेशेंट को बोलते हैं कि थोड़ी देर आप बैठ जाओ। अप्रॉक्स 2 से 3 घंटे में हम लोग पेशेंट का ये प्रिपेयर कर लेते हैं। निगेटिव कास्ट हम लोग करते क्या है, ये पीओपी बैंडेज का निगेटिव कास्ट है। फिर हम लोग इसको पॉजिटिव मोल्ड रेडी करने के लिए पीओपी पाउडर को पोर करते हैं इसमें। देयर आफ्टर हम लोग मॉडिफिकेशन करते हैं। मॉडिफाई करने के बाद हमारा यहाँ पे हीट एवन मशीन है जिसमें हम लोग जो ये प्रोस्थेसिस बनाते हैं, ये HDPE पाइप का प्रोस्थेसिस बनता है। वो जब मशीन का टेम्परेचर 170 डिग्री से 210 डिग्री तक रहता है, उसमें हम लोग पाइप डालते हैं। ये 10 to 15 मिनट में जब हमारा पाइप रेडी हो जाता है, देर आफ्टर हम लोग, ये हमारे पास पॉजिटिव मोल्ड जैसे रेडी है, तो वो पाइप जो रहते हैं उस पाइप को जब मेल्ट होने के बाद इस पर हम लोग चढ़ाते हैं। ये चढ़ाने के बाद हम लोग का फिर जब रेडी हो जाता है मोल्ड, देर आफ्टर हम लोग ट्रीमलाइन करते हैं। ट्रीमलाइन करने का फिर पेशेंट का ट्रायल लेते हैं, फिर पेशेंट को चलाते हैं। वो चल के अपना, यहाँ पे हमारे पास पार्लर बार है, गेट ट्रेनिंग रूम है, वहाँ पे उनका ट्रेनिंग होता है प्रॉपर। वो चल के प्रॉपर खुश होने के बाद यहाँ से हो जाते हैं। ਜੀ ਇਸ ਦੇ ਬਾਰੇ ਵੀ ਗੱਲ ਕਰਾਂਗੇ। ਬਹੁਤ ਲੋਕ ਜਿਵੇਂ ਆਉਂਦੇ ਆ ਪਾ ਹੀ ਜਾਂਦੇ ਆ, ਹੱਥ ਪੈਰ ਜਿਨ੍ਹਾਂ ਦੇ ਨਹੀਂ ਆਉਂਦੇ, ਜਦੋਂ ਇੱਥੋਂ ਚੱਲ ਕੇ ਜਾਂਦੇ ਆ ਕਿੱਦਾਂ ਦਾ ਮਹਿਸੂਸ ਹੁੰਦਾ ਹੈ? ਨਹੀਂ, ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਉਹ ਆਪਣੇ ਪੈਰਾਂ ਨਾਲ ਚੱਲ ਕੇ ਜਾਂਦੇ ਹੈ। ਔਰ ਮੈਂ ਅਗਰ ਆਪਣਾ ਅਨੁਭਵ ਦੀ ਗੱਲ ਕਰਾਂ ਤਾਂ 2013 ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਆਇਆ ਸੀ, ਇੱਕ ਉਹਦੇ ਉੱਤੇ ਦੀਵਾਰ ਗਿਰ ਗਈ ਜਿਹਦੇ ਕਾਰਨ ਉਹਦੀਆਂ ਦੋਨੋਂ ਲੱਤਾਂ ਕੱਟਣੀਆਂ ਪਈਆਂ। ਔਰ ਜਦ ਉਹ ਦੋਨੋਂ ਲੱਤਾਂ ਲਗਾ ਕੇ ਉਹ ਜਦੋਂ ਚੱਲਿਆ ਔਰ ਉਹਦੇ ਮਾਂ ਦੀ ਅੱਖਾਂ ਦੇ ਵਿੱਚ ਜਿਹੜੀ ਖੁਸ਼ੀ ਦੇ ਆਂਸੂ ਸੀ, ਉਹ ਅੱਜ ਵੀ ਯਾਦ ਆਉਂਦੇ ਹੈ। ਤੇ ਮਤਲਬ ਹੁਣ ਅਗਰ ਕਿਸੇ ਨੇ ਚੱਲਣਾ ਹੈ ਦੁਬਾਰਾ ਤੋਂ, ਉਹਨਾਂ ਨੂੰ ਮੋਟਾ ਪੈਸਾ ਖਰਚਣ ਦੀ ਲੋੜ ਨਹੀਂ ਹੈਗੀ। ਅਜਿਹੀਆਂ ਸੰਸਥਾਵਾਂ ਵੀ ਨੇ ਜਿਸ ਤਰ੍ਹਾਂ ਹੈਲਪ ਕਰਦੀਆਂ ਕਿ ਤੁਹਾਨੂੰ ਦੁਬਾਰਾ ਚਲਵਾਵਾਂਗੇ, ਉਹਦੇ ਲਈ ਪੈਸੇ ਦੀ ਵੀ, ਕਿਉਂਕਿ ਬਹੁਤ ਲੋਕ ਇਸ ਕਰਕੇ ਕਹਿੰਦੇ ਕਿ ਲੋੜ ਨਹੀਂ ਹੈਗੀ, ਸਾਡੇ ਕੋਲ ਪੈਸੇ ਨਹੀਂ ਹੈਗੇ, ਇਸ ਚੀਜ਼ ਤੇ ਨਹੀਂ ਜਾਂਦੇ ਲੋਕੀ। हाँ नहीं, ये बिल्कुल ठीक है जी। कई ऐसे भी होंगे हैं कि भी पैसे नहीं हैं और उस दे कारण वांझे रह जाते हैं इस नकली लत बांह तो साड़ी ये कोशिश है कि ऐसे सब ਜ਼ਰੂਰਤਮੰਦ ਲੋਕਾਂ ਨੂੰ
ਇਹ ਅਸੀਂ ਨਕਲੀ ਲੱਤ ਮਾਂ ਲਗਾ ਸਕੀਏ ਤਾਂ ਜੋ ਆਪਣੇ ਉਹ ਪੈਰਾਂ ਤੇ ਚੱਲ ਸਕੇ, ਆਪਣੀ ਰੋਜ਼ੀ ਰੋਟੀ ਕਮਾ ਸਕੇ। ਇਹ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ। ਇਹ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਕਿਸੇ ਦੀ ਬਾਜੂ ਕੱਟ ਗਈ ਹੈ ਤਾਂ ਉਸ ਦੀ ਨਕਲੀ ਬਾਜੂ ਵੀ ਲਗਾ ਸਕਦੇ ਹਾਂ, ਜਿਹੜੀ ਕਿ ਬਾਜੂ ਕੰਮ ਵੀ ਕਰਦੀ ਹੈ। ਤਾਂ ਇਹ ਬਾਜੂ ਲਗਾ ਕੇ ਅਸੀਂ ਦੇਖ ਸਕਦੇ ਹਾਂ ਕਿ ਇਸ ਦੀ ਇੰਨੀ ਗ੍ਰਿਪ ਹੈ ਇਸ ਬਾਜੂ ਦੀ ਕਿ ਇਹਦੇ ਨਾਲ ਅਗਰ ਹੱਥ ਮਿਲਾਓਗੇ ਤਾਂ ਤੁਸੀਂ ਇਹ ਫੀਲ ਕਰ ਸਕਦੇ ਹੋ ਕਿ ਇਹਦੀ ਗ੍ਰਿਪ ਹੈ। ਔਰ ਇਹ ਪ੍ਰੈਕਟਿਸ ਦੇ ਨਾਲ ਇਹ ਲਿਖ ਵੀ ਸਕਦਾ ਹੈ ਪੇਸ਼ੈਂਟ, ਸਕੂਟਰ ਚਲਾ ਸਕਦਾ ਹੈ, ਮੋਟਰਸਾਈਕਲ ਚਲਾ ਸਕਦਾ ਹੈ, ਟਰੈਕਟਰ ਚਲਾ ਸਕਦਾ ਹੈ। तो ਇਹ ਹੈ ਕਿ ਵੀ ਉਸ ਦਾ ਕੰਮ ਨਹੀਂ ਰੁਕੇਗਾ। ਇਹ ਬਾਜੂ ਅਗਰ ਚਲੀ ਵੀ ਗਈ ਤਾਂ ਵੀ ਉਹ ਕੰਮ ਕਰ ਸਕਦਾ ਹੈ। ਤਾਂ ਇਸ ਦੇ ਇਲਾਵਾ ਇਹ ਬਾਜੂ ਦੇ ਵਿੱਚ ਵੀ ਕਸਟਮਾਈਜ਼ੇਸ਼ਨ ਕੀਤੀ ਹੋਈ ਹੈ। ਅਸੀਂ ਇਹ ਹੱਥ ਉਤਾਰ ਕੇ ਅਗਰ ਕੋਈ ਸਾਡਾ ਕਿਸਾਨ ਹੈ, ਉਸ ਦੀ ਕੋਈ ਮਹਿਲਾ ਸ਼ਕਤੀ ਜਿਹੜੀ ਮਹਿਲਾ ਹੈ, ਕੋਈ ਉਸਨੇ ਖੇਤਾਂ ਦੇ ਅੰਦਰ ਕੰਮ ਕਰਨਾ, ਕਿ ਫਸਲ ਕੱਟਣੀ ਹੈ, ਤਾਂ ਉਹਦੇ ਲਈ ਅਸੀਂ ਇਸ ਨੂੰ ਕਸਟਮਾਈਜ਼ ਕਰ ਦਿੰਦੇ ਹਾਂ ਤੇ ਫਸਲ ਕੱਟਣ ਵਾਲਾ ਜਿਹੜੀ ਦਰਾਤੀ ਹੈ ਉਹਦੇ ਨਾਲ ਲਾ ਕੇ ਤਾਂ ਕਿ ਉਹ ਆਪਣੀ ਫਸਲ ਕੱਟਣ ਦਾ ਕੰਮ ਵੀ ਕਰ ਸਕੇ। ਔਰ ਫਿਰ ਇਹਨੂੰ ਉਤਾਰ ਕੇ ਫਿਰ ਇਹਦੇ ਨਾਲ ਹੱਥ ਲਗਾ ਦਿੱਤਾ ਤੇ ਫਿਰ ਉਹ ਆਪਣਾ ਘਰ ਦਾ ਕੰਮ ਕਰ ਸਕੇ। ਇਸ ਢੰਗ ਨਾਲ ਇਹ ਬਾਜੂ ਦਾ ਅਸੀਂ ਜਿਹੜਾ ਹੈ ਉਹਨੂੰ ਲਗਾ ਕੇ ਕੋਸ਼ਿਸ਼ ਕਰਦੇ ਹਾਂ ਕਿ ਉਹ ਆਪਣੇ ਜੀਵਨ ਨੂੰ ਜਿੱਦਾਂ ਪਹਿਲਾਂ ਨਾਰਮਲ ਜਿੰਦੇ ਸੀ ਉੱਦਾਂ ਹੀ ਦੁਬਾਰਾ ਆਪਣਾ ਕੰਮ ਕਰ ਸਕਿਆ ਜੀ। ਤਾਂ ਜਿਸ ਤਰ੍ਹਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਿੰਦੇ ਆ, ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਨੇ ਕਿਸ ਤਰ੍ਹਾਂ ਕੋਈ ਵੀ ਆਉਂਦਾ ਅਪਾਹਿਜ ਆਉਂਦਾ ਤਾਂ ਇਹਨਾਂ ਵੱਲੋਂ ਇਹ ਹੈਲਪ ਕੀਤੀ ਜਾਂਦੀ ਹੈ, ਸੇਵਾ ਨਿਭਾਈ ਜਾਂਦੀ ਹੈ। ਜਿਸ ਤੋਂ ਬਾਅਦ ਲੋਕੀ ਇੱਥੋਂ ਪੈਦਲ ਚੱਲ ਕੇ ਜਾਂਦੇ ਨੇ। ਅਗਰ ਕਿਸੇ ਦਾ ਹੱਥ ਨਹੀਂ ਆ ਤਾਂ ਉਹਨਾਂ ਦਾ ਹੱਥ ਵੀ ਲਗਾਉਂਦੇ ਨੇ, ਆਰਟੀਫਿਸ਼ੀਅਲ ਲਿੰਬਸ ਲਗਾਉਂਦੇ ਨੇ। ਕਿਸ ਤਰ੍ਹਾਂ ਇਹਨਾਂ ਵੱਲੋਂ ਵੱਡੀ ਸੇਵਾ ਨਿਭਾਈ ਜਾਂਦੀ ਹੈ ਤੇ ਇੱਕ ਐਪਰੀਸੀਏਸ਼ਨ ਜ਼ਰੂਰ ਬਣਦੀ ਹੈ ਕਿਸ ਤਰ੍ਹਾਂ ਇਹਨਾਂ ਦੀ ਸੇਵਾ, ਇਹਨਾਂ ਵੱਲੋਂ ਇੰਨੀ ਸੋਹਣੀ ਸੇਵਾ ਨਿਭਾਈ ਜਾਂਦੀ ਹੈ ਤੇ ਅਜਿਹੇ ਲੋਕਾਂ ਨੂੰ ਇੱਕ ਐਪਰੀਸੀਏਸ਼ਨ ਬਣਨਾ ਜ਼ਰੂਰ ਬਣਦਾ ਹੈ। ਹੋਵੇ ਦਰ ਅਪਡੇਟ ਸੀ, ਤੁਸੀਂ ਦੇਖਦੇ ਹੋ ਦਾਨ ਟਾਈਮਸ। ਮੈਂ ਦੀਪਕ ਹੀਵਾ, ਨਾਲ ਮੈਂ ਹਰਸ਼ ਕੌਰ।